असर धरती हेठले पानी का पद्धर लगातार जिमें घटता जा रहा है। जिमें मैं जिक्र किया है कि बहुत सारी रिपोर्ट्स नशर हो चुकी हैं, इसको लैके बड़े वातावरण प्रेमी इस ते चिंता जाहिर कर चुके हैं। और राणा गुरजीत ने जी रिपोर्ट दी है पंजाब विधान सभा स्पीकर नूं धरती हेठले पानी का जो पद्धर घटिया उसके की मायने ने की खास है उहदे विच? देखो खास उहदे विच कुछ नहीं है, मतलब ऐ नहीं है कि उन्होंने कुछ नवी रिपोर्ट दी है या उस तो पहला कभी इदां दी रिपोर्ट नहीं आई। टाइम टू टाइम रिपोर्ट्स आंदियां रही हैं, मतलब कुछ कमेटियां बनदियां रही हैं और ईवन डिपार्टमेंटल कमेटियां इस ते काम करती रही हैं या सेंटर वाटर ग्राउंड वाटर बोर्ड इस ते काम करता है। सारे अपने अपने टाइम टू टाइम ये दिंदे रहे हैं। हर साल ही यदी रिपोर्ट एक बनती है, चाहे वह PAU वाले बनान, सेंटर ग्राउंड वाटर बोर्ड वाले बनान या कोई भी जी भी अथॉरिटियां पानी नाल संबंध हाइड्रोलॉजी इंस्टीट्यूट ने वो काम करते हैं, सारे ही करते हैं। पर सवाल ये हुंदा है कि जो चीज़ां दी वो सिफारिश करते हैं, जिन्हां चीज़ां दी वो सिफारिश करते हैं कि जे ग्राउंड वाटर साडा इस स्तर तक थल्ले जाई जा रहा है, इंनी तेज़ी नाल थल्ले जाई जा रहा है, उन्होंने रोकण लई आह कदम चुकने चाहिए हैं। उस लई की कदम चुके गए है या नहीं, एक तो सवाल सब तो वड्डा यह है। ਜਿਹੜੇ ਇਹ ਚੀਜ਼ਾਂ ਚੱਲ ਰਹੀਆਂ ਨੇ, ਸੀਵੇਜ ਵਾਟਰ ਨੂੰ ਅਸੀਂ ਇਦਾਂ ਹੀ ਸਿੱਟਿਆ ਪਿਆ, ਅਲਟੀਮੇਟਲੀ ਤਾਂ ਉਹਨੇ ਗਰਾਊਂਡ ਵਾਟਰ ਨੂੰ ਹੀ ਖਰਾਬ ਕਰਨਾ ਹੈ। ਮੈਕਸੀਮਮ ਜਿਹੜੀਆਂ ਕਲੋਨੀਆਂ ਬਣੀਆਂ ਨੇ, ਜਿਹੜੀਆਂ ਅਨਪਲੈਨਡ ਕਲੋਨੀਆਂ ਨੇ, ਸ਼ਹਿਰਾਂ ਦੇ ਵਿੱਚ ਮਸ਼ਰੂਮਿੰਗ ਹੋਈ ਜਾ ਰਹੀ ਹੈ ਜਿਨ੍ਹਾਂ ਦੀ, ਉਹਨਾਂ ਨੇ ਕਿਤੇ ਵੀ ਆਪਣੀ ਜਿਹੜੀ ਸੀਵੇਜ ਦੀ ਕੋਈ ਵਿਵਸਥਾ ਨਹੀਂ ਕੀਤੀ ਹੋਈ ਕਿ ਉਹ ਜਿਹੜਾ ਸਪੋਜ਼ ਕਰੋ 200 ਘਰਾਂ ਦਾ ਇੱਕ ਕਲੋਨੀ ਬਣ ਗਈ ਹੈ, ਉਹ 200 ਘਰ ਆਪਣਾ ਸੀਵੇਜ ਯੂਜ਼ ਕਰ ਰਹੇ ਹੈ, ਰਸੋਈ ਦੇ ਵਿੱਚ ਪਾਣੀ ਯੂਜ਼ ਕਰ ਰਹੇ ਹੈ, ਨਹਾਉਣ ਵਾਲਾ ਪਾਣੀ ਯੂਜ਼ ਹੋ ਰਿਹਾ, ਉਹ ਸਾਰਾ ਇਕੱਠਾ ਹੋ ਕੇ ਕਿੱਥੇ ਜਾ ਰਿਹਾ ਹੈ? ਕੀ ਉਹ ਟਰੀਟ ਹੋ ਰਿਹਾ ਹੈ? ਨਹੀਂ। ਜਾਂ ਉਹ ਜਿੱਥੇ ਜਾ ਰਿਹਾ ਹੈ ਉਹ ਕਿਹੜੇ ਸੋਰਸਸ ਨੂੰ ਖਰਾਬ ਕਰ ਰਿਹਾ ਹੈ? ਕੀ ਉਸ 'ਤੇ ਕੋਈ ਧਿਆਨ ਦਿੱਤਾ ਜਾ ਰਿਹਾ ਹੈ? ਨਹੀਂ। ਤਾਂ ਇਸ ਤਰ੍ਹਾਂ ਦੀਆਂ ਕਈ ਰਿਪੋਰਟਾਂ ਮਤਲਬ ਜਿਹੜੀਆਂ ਹੈਗੀਆਂ ਨੇ ਉਹ ਜਿਹੜਾ ਪੋਲੂਸ਼ਨ ਬੋਰਡ ਹੈ ਸਾਡਾ ਉਹ ਵੀ ਦੇ ਚੁੱਕਿਆ ਹੈ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਲਈ ਜਿਹੜੀ ਪੋਲੀਟੀਕਲ ਵਿਲ ਹੈ ਉਹ ਸਾਡੇ ਨਹੀਂ ਦਿਖਾਈ ਜਾ ਰਹੀ। 5 ਕੁ ਸਾਲ ਪਹਿਲਾਂ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ, ਮੈਨੂੰ ਯਾਦ ਹੈ ਇੱਕ ਉੱਥੇ ਵੀ ਉਹ ਇਸ ਜਿਸ ਤਰ੍ਹਾਂ ਇਹ ਵਿਧਾਨ ਸਭਾ ਕਮੇਟੀ ਹੈ ਉਸੇ ਤਰ੍ਹਾਂ ਦੀ ਇੱਕ ਵਿਧਾਨ ਸਭਾ ਕਮੇਟੀ ਪਰਮਾਨੈਂਟ ਹੈ, ਉਹ ਹੈਗੀ ਹੈ ਸ਼ਹਿਰੀ ਤੇ ਰੂਰਲ ਦੀ ਪਾਣੀ ਦੇ ਉੱਤੇ ਕਮੇਟੀ ਹੈ ਇੱਕ ਬਣੀ ਵੀ, ਉਹ ਕਿਸ ਤਰ੍ਹਾਂ ਯੂਜ਼ ਹੋਵੇ। ਤਾਂ ਉਹਨਾਂ ਦੀ ਇੱਕ ਰਿਪੋਰਟ ਉਹਨਾਂ ਨੇ ਪੇਸ਼ ਕੀਤੀ, ਬੜੀ ਇੰਟਰਸਟਿੰਗ ਰਿਪੋਰਟ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਲੰਧਰ ਸ਼ਹਿਰ ਸਪੋਜ਼ ਹੈਗਾ, ਤਾਂ ਜਲੰਧਰ ਸ਼ਹਿਰ 'ਚ ਜੇ 100 ਬੰਦਾ ਰਹਿੰਦਾ ਤਾਂ ਜਲੰਧਰ ਨਗਰ ਨਿਗਮ ਸਿਰਫ ਔਰ ਸਿਰਫ 50 ਬੰਦਿਆਂ ਤੱਕ ਹੀ ਆਪਣੇ ਬਿੱਲ ਪਹੁੰਚਾ ਪਾਉਂਦੀ ਹੈ। ਮਤਲਬ ਤੁਸੀਂ ਇਹਦੀ ਹਾਲਤ ਦੇਖੋ ਵੀ ਜੇ ਸਾਡੇ ਕੋਲ ਉੱਥੇ 2 ਲੱਖ ਕਨੈਕਸ਼ਨ ਦਿੱਤਾ ਹੋਇਆ, 2 ਲੱਖ 'ਚੋਂ ਅਸੀਂ ਸਿਰਫ 1 ਲੱਖ ਨੂੰ ਹੀ ਬਿੱਲ ਪਹੁੰਚਾ ਪਾਉਂਦੇ ਹਾਂ। ਜਨਰੇਟ ਹੀ ਬਿੱਲ 1 ਲੱਖ ਤੱਕ ਹੋ ਪਾਉਂਦਾ ਸਾਡੇ ਕੋਲ, ਯਾਨੀ 1 ਲੱਖ ਨੂੰ ਤਾਂ ਅਸੀਂ ਜਨਰੇਟ ਹੀ ਨਹੀਂ ਕਰਦੇ, ਯਾਨੀ ਉਸ ਤੋਂ ਤਾਂ ਫਿਰ ਪੈਸਾ ਕੀ ਆਉਣਾ ਜਦੋਂ ਅਸੀਂ ਬਿੱਲ ਹੀ ਜਨਰੇਟ ਨਹੀਂ ਕੀਤਾ। ਮੈਂ ਕਹਿੰਦਾ ਜੇ 2 ਲੱਖ ਸਾਡੇ ਕੋਲ ਘਰ ਹੈ ਔਰ ਉਹ ਸਾਨੂੰ ਸਿਰਫ 200 ਰੁਪਈਆ ਪਰ ਘਰ ਹੀ ਦੇ ਰਿਹਾ, ਤਾਂ ਤੁਸੀਂ ਇਹਦਾ ਅੰਦਾਜ਼ਾ ਲਗਾਓ ਕਿ ਸਾਡੇ ਕੋਲੇ ਕਿੰਨਾ ਪੈਸਾ ਪਰ ਮੰਥ ਆਉਂਦਾ। ਔਰ ਅਸੀਂ ਉਹਦੇ ਅਨੁਸਾਰ ਨਵੀਆਂ ਪਾਈਪਾਂ ਪਾ ਸਕਦੇ ਸੀ, ਹਰ ਕਿਤੇ ਜਾ ਕੇ ਨਹਿਰੀ ਪਾਣੀ ਪਹੁੰਚਾ ਸਕਦੇ ਸੀ, ਜਿਹੜਾ ਪਾਣੀ ਨਿਕਲਦਾ ਅਸੀਂ ਉਹਨੂੰ ਟਰੀਟ ਕਰ ਸਕਦੇ ਸੀ, ਟਰੀਟਡ ਵਾਟਰ ਅਸੀਂ ਉਹਨੂੰ ਖੇਤਾਂ ਤੱਕ ਪਹੁੰਚਾ ਸਕਦੇ ਸੀ। ਉਹ ਸਾਰਾ ਜਿਹੜਾ ਸਾਡਾ ਪੈਸਾ ਬਚਦਾ, ਚਾਹੇ ਫਿਰ ਸਾਨੂੰ ਮੋਟਰਾਂ ਦੀ ਉਨੀ ਘੱਟ ਯੂਜ਼ ਕਰਨੀ ਪੈਂਦੀ ਜਿਹੜਾ ਅਸੀਂ ਥੱਲੋਂ ਕੱਢ ਰਹੇ ਹਾਂ, ਤਾਂ ਉਹ ਮੋਟਰਾਂ ਦਾ ਜਿਹੜਾ ਸਾਨੂੰ ਪੈਸਾ ਬਚਦਾ ਉਹ ਅਸੀਂ ਪੈਸਾ ਇਸ 'ਤੇ ਲਗਾ ਸਕਦੇ ਸੀ। ਪਿੰਡੂ ਖੇਤਰਾਂ ਦੇ ਵਿੱਚ ਸਮਰਸੀਬਲ ਕਰਵਾ ਸਕਦੇ ਨੇ, ਕਦੇ ਵੀ ਕਿਸੇ ਵੀ ਤਰੀਕੇ ਦੇ ਨਾਲ ਪਾਣੀ ਜਿਹੜਾ ਯੂਟਿਲਾਈਜ਼ ਹੋ ਸਕਦਾ ਹੈ। ਜਦੋਂ ਦਿਲ ਕੀਤਾ ਸਮਰਸੀਬਲ ਔਨ ਕੀਤਾ ਤੇ ਪਾਣੀ ਯੂਟਿਲਾਈਜ਼ ਕਰ ਲਿਆ, ਉਹਦੇ ਲਈ ਕੋਈ ਵਿਸ਼ੇਸ਼ ਰਣਨੀਤੀ ਬਣਾਈ? ਉਹਦੇ ਵਿੱਚ ਵੀ ਇਹਨਾਂ ਨੇ ਇਹ ਗੱਲ ਕੀਤੀ ਹੈਗੀ ਹੈ ਕਿ ਜਿਹੜਾ ਸਮਰਸੀਬਲ ਹੈ ਜਾਂ ਕਿਤੇ ਵੀ ਬੋਰਿੰਗ ਹੈ ਉਹ ਸਿਰਫ ਔਰ ਸਿਰਫ ਗਵਰਨਮੈਂਟ ਦੀ ਅਥਾਰਟੀ ਦੇ ਆਗਿਆ ਨਾਲ ਹੋਵੇ। ਮੈਂ ਉਸੇ ਦੇ ਵਿੱਚ ਹੀ ਜਾ ਰਿਹਾ। 2 ਸਾਲ ਪਹਿਲਾਂ ਇੱਕ ਡਿਬੇਟ ਹੋਈ, ਪ੍ਰੈਜੈਂਟੇਸ਼ਨ ਦਿੱਤੀ ਗਈ ਸਾਰੀ ਪਾਣੀ ਦੇ ਉੱਤੇ ਕੈਬਨਿਟ ਨੂੰ। ਉਹਦੇ ਵਿੱਚ ਇਹਨਾਂ ਨੇ ਅਥਾਰਟੀ ਬਣਾਤੀ ਕਿ ਠੀਕ ਹੈ ਜੀ ਅਥਾਰਟੀ ਤੈਅ ਕਰੇਗੀ ਸਾਰਾ ਕੁਝ। ਅੱਜ ਪੂਰਾ 1 ਸਾਲ ਤੋਂ ਉੱਤੇ ਹੋ ਚੁੱਕਿਆ, ਉਹ ਅਥਾਰਟੀ ਪ੍ਰੋਪਰ ਕੰਮ ਨਹੀਂ ਕਰ ਪਾ ਰਹੀ। ਕਿਉਂ? ਉਹਦੇ 'ਚੋਂ ਪਹਿਲਾਂ ਤਾਂ ਅਸੀਂ ਜਿੰਨਾ ਪੇਂਡੂ ਖੇਤਰ ਹੈ ਉਹਨੂੰ ਬਾਹਰ ਹੀ ਕਰਤਾ,
ਜਦੋਂ ਹੁਣ ਉਹ ਖੇਤਰ ਹੀ ਬਾਹਰ ਹੈ ਤਾਂ ਤੁਸੀਂ ਉੱਤੇ ਕੀ ਸਖਤੀ ਕਰੋਗੇ? ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉੱਤੇ ਸਖਤੀ ਕਿਵੇਂ ਕਰੋਗੇ? ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਅੱਜ ਅਸੀਂ ਇੱਕ ਗੱਲਬਾਤ ਕਰਾਂਗੇ ਇੱਕ ਅਹਿਮ ਰਿਪੋਰਟ ਦੇ ਬਾਰੇ ਜਿਹੜੀ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪੀ ਗਈ ਹੈ। ਲੰਘੇ ਕਈ ਸਾਲਾਂ ਤੋਂ ਧਰਤੀ ਹੇਠਲਾ ਪਾਣੀ ਦਾ ਪੱਧਰ ਜਿਹੜਾ ਘਟ ਰਿਹਾ ਹੈ ਜਾਂ ਦੂਸ਼ਿਤ ਹੋ ਰਿਹਾ ਹੈ ਉਸ ਨੂੰ ਲੈ ਕੇ ਚਿੰਤਾਵਾਂ ਵੀ ਜ਼ਾਹਿਰ ਕੀਤੀਆਂ ਜਾ ਰਹੀਆਂ ਨੇ ਔਰ ਤਰ੍ਹਾਂ ਦੀਆਂ ਰਿਪੋਰਟਸ ਵੀ ਨਸ਼ਰ ਹੋ ਰਹੀਆਂ ਨੇ। ਬੜੀਆਂ ਕਿਆਸਾਂ ਲਾਈਆਂ ਜਾ ਰਹੀਆਂ ਨੇ ਕਿ ਇੱਕ ਖਾਸ ਸੰਨ ਦੇ ਤੱਕ ਆਉਣ ਦੇ ਪਾਣੀ ਦਾ ਪੱਧਰ ਜਿਹੜਾ ਹੈ ਬਿਲਕੁਲ ਡਾਊਨ ਹੋ ਜਾਏਗਾ ਜਾਂ ਪਾਣੀ ਦਾ ਪੱਧਰ ਬਹੁਤ ਘਟ ਜਾਏਗਾ ਜਾਂ ਨਾ ਮਾਤਰ ਰਹਿ ਜਾਏਗਾ। ਇਸ ਸੰਬੰਧੀ ਬਹੁਤ ਸਾਰੀਆਂ ਕਿਆਸਾਂ ਵੀ ਲੱਗ ਚੁੱਕੀਆਂ ਨੇ, ਬਹੁਤ ਸਾਰੀਆਂ ਰਿਪੋਰਟਸ ਵੀ ਨਸ਼ਰ ਹੋ ਚੁੱਕੀਆਂ ਨੇ ਤੇ ਇੱਕ ਹੋਰ ਰਿਪੋਰਟ ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਸੌਂਪੀ ਹੈ, ਜਿਸ ਦੇ ਵਿੱਚ ਧਰਤੀ ਦੇ ਵਿੱਚ ਹੇਠਾਂ ਘਟ ਰਹੇ ਪਾਣੀ ਦੇ ਪੱਧਰ ਦੇ ਬਾਰੇ ਹੀ ਗੱਲਬਾਤ ਕੀਤੀ ਗਈ ਹੈ। ਇਸ ਰਿਪੋਰਟ ਦੇ ਵਿੱਚ ਕੀ ਹੈ, ਰਿਪੋਰਟ ਦੇ ਮਾਇਨੇ ਕੀ ਨੇ, ਜਾਣਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ। ਸਰ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ, ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਜਿਵੇਂ ਘਟਦਾ ਜਾ ਰਿਹਾ ਹੈ, ਜਿਵੇਂ ਮੈਂ ਜ਼ਿਕਰ ਕੀਤਾ ਹੈ ਕਿ ਬਹੁਤ ਸਾਰੇ ਰਿਪੋਰਟਸ ਨਸ਼ਰ ਹੋ ਚੁੱਕੀਆਂ ਨੇ, ਇਸ ਨੂੰ ਲੈ ਕੇ ਬੜੇ ਵਾਤਾਵਰਣ ਪ੍ਰੇਮੀ ਇਸ ਤੇ ਚਿੰਤਾ ਜ਼ਾਹਰ ਕਰ ਚੁੱਕੇ ਨੇ ਔਰ ਰਾਣਾ ਗੁਰਜੀਤ ਨੇ ਜਿਹੜੀ ਰਿਪੋਰਟ ਦਿੱਤੀ ਹੈ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਧਰਤੀ ਹੇਠਲੇ ਪਾਣੀ ਦਾ ਜਿਹੜਾ ਪੱਧਰ ਘਟਿਆ ਉਸ ਦੇ ਕੀ ਮਾਇਨੇ ਨੇ, ਕੀ ਖਾਸ ਹੈ ਉਹਦੇ ਵਿੱਚ? ਦੇਖੋ, ਖਾਸ ਉਹਦੇ ਵਿੱਚ ਕੁਝ ਨਹੀਂ ਹੈ। ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਕੁਝ ਨਵੀਂ ਰਿਪੋਰਟ ਦਿੱਤੀ ਹੈ ਜਾਂ ਉਸ ਤੋਂ ਪਹਿਲਾਂ ਕਦੀ ਇਦਾਂ ਦੀ ਰਿਪੋਰਟ ਨਹੀਂ ਆਈ। ਟਾਈਮ ਟੂ ਟਾਈਮ ਰਿਪੋਰਟਸ ਆਉਂਦੀਆਂ ਰਹੀਆਂ। ਮਤਲਬ ਕੁਝ ਕਮੇਟੀਆਂ ਬਣਦੀਆਂ ਰਹੀਆਂ ਔਰ ਈਵਨ ਡਿਪਾਰਟਮੈਂਟਲ ਕਮੇਟੀਆਂ ਇਸ 'ਤੇ ਕੰਮ ਕਰਦੀਆਂ ਰਹੀਆਂ ਜਾਂ ਸੈਂਟਰ ਵਾਟਰ ਗਰਾਊਂਡ ਵਾਟਰ ਬੋਰਡ ਇਸ 'ਤੇ ਕੰਮ ਕਰਦਾ ਹੈ। ਸਾਰੇ ਆਪਣੇ ਟਾਈਮ ਟੂ ਟਾਈਮ ਇਹ ਦਿੰਦੇ ਰਹੇ ਆ। ਹਰ ਸਾਲ ਹੀ ਇਹਦੀ ਰਿਪੋਰਟ ਇੱਕ ਬਣਦੀ ਹੈ, ਚਾਹੇ ਉਹ PAU ਵਾਲੇ ਬਣਾਉਣ, ਸੈਂਟਰ ਗਰਾਊਂਡ ਵਾਟਰ ਬੋਰਡ ਵਾਲੇ ਬਣਾਉਣ ਜਾਂ ਕੋਈ ਵੀ ਜਿਹੜੀ ਵੀ ਅਥਾਰਟੀਆਂ ਪਾਣੀ ਨਾਲ ਸੰਬੰਧ ਹਾਈਡਰੋਲੋਜੀ ਇੰਸਟੀਚਿਊਟ ਨੇ ਉਹ ਕੰਮ ਕਰਦੇ ਆ, ਸਾਰੇ ਹੀ ਕਰਦੇ ਆ। ਪਰ ਸਵਾਲ ਇਹ ਹੁੰਦਾ ਹੈ ਕਿ ਜੋ ਚੀਜ਼ਾਂ ਦੀ ਉਹ ਸਿਫਾਰਿਸ਼ ਕਰਦੇ ਹੈ, ਜਿਨ੍ਹਾਂ ਚੀਜ਼ਾਂ ਦੀ ਉਹ ਸਿਫਾਰਿਸ਼ ਕਰਦੇ ਹੈ ਕਿ ਜੇ ਗਰਾਊਂਡ ਵਾਟਰ ਸਾਡਾ ਇਸ ਸਤਰ ਤੱਕ ਥੱਲੇ ਜਾਈ ਜਾ ਰਿਹਾ ਜਾਂ ਇੰਨੀ ਤੇਜ਼ੀ ਨਾਲ ਥੱਲੇ ਜਾਈ ਜਾ ਰਿਹਾ, ਉਹਨੂੰ ਰੋਕਣ ਲਈ ਆਹ ਕਦਮ ਚੱਕਣੇ ਚਾਹੀਦੇ ਆ। ਉਸ ਲਈ ਕੀ ਕਦਮ ਚੱਕੇ ਗਏ ਆ ਜਾਂ ਨਹੀਂ? ਇੱਕ ਤਾਂ ਸਵਾਲ ਸਭ ਤੋਂ ਵੱਡਾ ਇਹ ਹੈ। ਦੂਸਰਾ ਸਭ ਤੋਂ ਵੱਡਾ ਸਵਾਲ ਇਸ ਜਿਹੜੀ ਰਿਪੋਰਟ ਹੈ ਇਹਦੇ 'ਚ ਅੱਛੀ ਗੱਲ ਇਹ ਸੀ, ਉਹ ਸੀ ਕਿ ਜਿਹੜੇ ਜਿੰਨਾ ਪਾਣੀ ਸਾਡੇ ਕੋਲ ਬਚਿਆ ਹੈ ਕੀ ਉਹ ਵੀ ਪੀਣ ਲਾਇਕ ਹੈ ਕਿ ਨਹੀਂ ਹੈ, ਜਾਂ ਉਹ ਵੀ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਤਾਂ ਉਹ ਪ੍ਰਦੂਸ਼ਿਤ ਹੋਣ ਤੋਂ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਾਸਤੇ ਕੀ ਮੈਜਰਸ ਲਿੱਤੇ ਜਾਣ, ਮਤਲਬ ਕੀ ਕੀਤਾ ਜਾਏ, ਉਹ ਸਾਰਾ ਉਹਨਾਂ ਨੇ ਦੱਸਿਆ। ਫਿਰ ਪਾਣੀ ਦੀ ਜਿਹੜੀ ਸੀਵੇਜ ਵਾਟਰ ਹੈ, ਜਿਹੜਾ ਅਸੀਂ ਮਤਲਬ ਹੁਣ ਇਸ ਟਾਈਮ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ, ਕਿਉਂਕਿ ਸਾਰੇ ਪਿੰਡਾਂ 'ਚ ਵੀ ਤੁਸੀਂ ਦੇਖਿਆ ਹੁਣ ਸੀਵਰੇਜ ਪੈ ਗਏ ਆ। ਅੱਗੇ ਲੋਕ ਖੇਤਾਂ 'ਚ ਜਾਂਦੇ ਸੀ ਤਾਂ ਹੁਣ ਉਹ ਖਤਮ ਹੋ ਗਿਆ ਸਿਸਟਮ। ਓਪਨ ਜਿਹੜਾ ਇਹਦਾ ਸੀ ਉਹ ਸਿਸਟਮ ਹੁਣ ਨਹੀਂ ਹੈ। ਔਰ ਉਹ ਜਿਹੜਾ ਵੇਸਟੇਜ ਹੈ, ਉਹ ਵੇਸਟੇਜ ਦਾ ਕੀ ਹੋ ਰਿਹਾ ਹੈ, ਕੀ ਉਹ ਸਾਡੇ ਪਾਣੀ ਨੂੰ ਨੁਕਸਾਨ ਪਹੁੰਚਾ ਰਹੀ ਹੈ, ਖਾਸ ਤੌਰ 'ਤੇ ਗਰਾਊਂਡ ਵਾਟਰ ਨੂੰ? ਕਿਉਂਕਿ ਮੈਕਸੀਮਮ ਤੁਸੀਂ ਦੇਖੋ ਜਿੰਨੇ ਵੀ ਸ਼ਹਿਰ ਨੇ ਸਾਡੇ, ਚਾਹੇ ਪੰਜਾਬ ਦੇ, ਹਰਿਆਣਾ ਦੇ, ਜਿੱਥੇ ਦੇ ਵੀ ਸ਼ਹਿਰ ਨੇ, ਉਹਨਾਂ ਦੀ ਮੈਕਸੀਮਮ ਆਬਾਦੀ ਨੂੰ ਜਿਹੜਾ ਪਾਣੀ ਪੀਣ ਵਾਸਤੇ ਮਿਲ ਰਿਹਾ ਉਹ ਗਰਾਊਂਡ ਵਾਟਰ ਮਿਲ ਰਿਹਾ। ਔਰ ਜਿਹੜੇ ਇਹ ਚੀਜ਼ਾਂ ਚੱਲ ਰਹੀਆਂ ਨੇ, ਸੀਵੇਜ ਵਾਟਰ ਨੂੰ ਅਸੀਂ ਇੱਦਾਂ ਹੀ ਸਿੱਟਿਆ ਪਿਆ, ਅਲਟੀਮੇਟਲੀ ਤਾਂ ਉਹਨੇ ਗਰਾਊਂਡ ਵਾਟਰ ਨੂੰ ਹੀ ਖਰਾਬ ਕਰਨਾ ਹੈ। ਮੈਕਸੀਮਮ ਜਿਹੜੀਆਂ ਕਲੋਨੀਆਂ ਬਣੀਆਂ ਨੇ, ਜਿਹੜੀਆਂ ਅਨਪਲੈਨਡ ਕਲੋਨੀਆਂ ਨੇ ਸ਼ਹਿਰਾਂ ਦੇ ਵਿੱਚ, ਮਸ਼ਰੂਮਿੰਗ ਹੋਈ ਜਾ ਰਹੀ ਹੈ ਜਿਨ੍ਹਾਂ ਦੀ, ਉਹਨਾਂ ਨੇ ਕਿਤੇ ਵੀ ਆਪਣੀ ਜਿਹੜੀ ਸੀਵੇਜ ਦੀ ਕੋਈ ਵਿਵਸਥਾ ਨਹੀਂ ਕੀਤੀ ਹੋਈ ਕਿ ਉਹ ਜਿਹੜਾ ਸਪੋਜ਼ ਕਰੋ 200 ਘਰਾਂ ਦਾ ਇੱਕ ਕਲੋਨੀ ਬਣ ਗਈ ਹੈ, ਉਹ 200 ਘਰ ਆਪਣਾ ਸੀਵੇਜ ਯੂਜ਼ ਕਰ ਰਹੇ ਹੈ, ਰਸੋਈ ਦੇ ਵਿੱਚ ਪਾਣੀ ਯੂਜ਼ ਕਰ ਰਹੇ ਹੈ, ਨਹਾਉਣ ਵਾਲਾ ਪਾਣੀ ਯੂਜ਼ ਹੋ ਰਿਹਾ, ਉਹ ਸਾਰਾ ਇਕੱਠਾ ਹੋ ਕੇ ਕਿੱਥੇ ਜਾ ਰਿਹਾ ਹੈ? ਕੀ ਉਹ ਟਰੀਟ ਹੋ ਰਿਹਾ ਹੈ? ਨਹੀਂ। ਜਾਂ ਉਹ ਜਿੱਥੇ ਜਾ ਰਿਹਾ ਹੈ ਉਹ ਕਿਹੜੇ ਸੋਰਸਸ ਨੂੰ ਖਰਾਬ ਕਰ ਰਿਹਾ ਹੈ? ਕੀ ਉਸ 'ਤੇ ਕੋਈ ਧਿਆਨ ਦਿੱਤਾ ਜਾ ਰਿਹਾ ਹੈ? ਨਹੀਂ। ਤਾਂ ਇਸ ਤਰ੍ਹਾਂ ਦੀਆਂ ਕਈ ਰਿਪੋਰਟਾਂ ਮਤਲਬ ਜਿਹੜੀਆਂ ਹੈਗੀਆਂ ਨੇ, ਉਹ ਜਿਹੜਾ ਪੋਲੂਸ਼ਨ ਬੋਰਡ ਹੈ ਸਾਡਾ ਉਹ ਵੀ ਦੇ ਚੁੱਕਿਆ ਹੈ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਲਈ ਜਿਹੜੀ ਪੋਲੀਟੀਕਲ ਵਿਲ ਹੈ ਉਹ ਸਾਡੇ ਨਹੀਂ ਦਿਖਾਈ ਜਾ ਰਹੀ। ਕੋਈ ਵੀ ਗਵਰਨਮੈਂਟ ਨਹੀਂ ਦਿਖਾ ਰਹੀ ਹੈ। ਮੈਂ ਨਹੀਂ ਕਹਿ ਰਿਹਾ ਕਿ ਕੈਪਟਨ ਸਰਕਾਰ ਨਹੀਂ ਦਿਖਾ ਰਹੇ, ਉਸ ਤੋਂ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਸੀ, ਉਹਨਾਂ ਨੇ ਵੀ ਇੱਦਾਂ ਦੀ ਕੁਝ ਨਹੀਂ ਦਿਖਾਈ। ਉਸ ਤੋਂ ਪਹਿਲਾਂ ਚਾਹੇ ਕੈਪਟਨ ਸਰਕਾਰ ਰਹੇ, ਉਹਨਾਂ ਨੇ ਵੀ ਇੱਦਾਂ ਦੀ ਨਹੀਂ ਦਿਖਾਈ। ਫਿਰ ਬਾਦਲ ਸਰਕਾਰ ਰਹੀ, ਉਹਨਾਂ ਨੇ ਵੀ ਇੱਦਾਂ ਦੀ ਕੁਝ ਨਹੀਂ ਦਿਖਾਈ। ਸੋ ਸਵਾਲ ਇਹ ਹੈ ਕਿ ਜਦ ਤੱਕ ਉਹ ਪੋਲੀਟੀਕਲ ਵਿਲ ਨਹੀਂ ਦਿਖਾਈ ਜਾਂਦੀ, ਇਹਨਾਂ ਕਮੇਟੀਆਂ ਦੀਆਂ ਰਿਪੋਰਟਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਹੁਣ ਇਸ ਗਵਰਨਮੈਂਟ ਦੀ ਮੈਂ ਗੱਲ ਕਰ ਰਿਹਾ ਹਾਂ, ਹੁਣ
ਇਸ ਗਵਰਨਮੈਂਟ ਨੇ ਆਂਦੇ ਸਾਰ ਥੋੜੀ ਜਿਹੀ ਇੱਛਾ ਜ਼ਰੂਰ ਜ਼ਾਹਿਰ ਕੀਤੀ ਕਿ ਜਿਹੜਾ ਪਾਣੀ ਥੱਲੇ ਜਾ ਰਿਹਾ ਹੈ ਉਹਦਾ ਕੁਝ ਕਰੀਏ। ਉਹਨਾਂ ਨੇ ਪਹਿਲਾਂ ਇੱਕ ਸਕੀਮ ਲਿਆਤੀ, ਉਹਦੇ 'ਚ ਸੀਗਾ ਵੀ ਅਸੀਂ ਜਿਹੜੀ ਕਿਉਂਕਿ ਇਸ ਟਾਈਮ ਫ੍ਰੀ ਪਾਵਰ ਦੇ ਰਹੇ ਹਾਂ, ਤਾਂ ਉਹਨਾਂ ਨੇ ਕੈਲਕੂਲੇਟ ਕੀਤੀ ਕਿ ਅਸੀਂ ਇੱਕ ਮੋਟਰ ਦੀ ਕਿੰਨੀ ਬਿਜਲੀ ਸਬਸਿਡੀ ਦਿੰਦੇ ਹਾਂ, ਤਾਂ ਉਹ ਬਣੀ 46 ਤੋਂ 48 ਹਜ਼ਾਰ ਦੇ ਆਸ-ਪਾਸ ਬਣਦੀ ਹੈ। ਤਾਂ ਉਹਨਾਂ ਨੇ ਕਿਹਾ ਵੀ ਇਹ 48,000 ਰੁਪਇਆ ਅਸੀਂ ਡਾਇਰੈਕਟ ਕਿਸਾਨਾਂ ਦੀ ਜੇਬ 'ਚ ਦੇ ਦਾਂਗੇ, ਸਿੱਧੀ ਅਦਾਇਗੀ ਉਹਨਾਂ ਦੇ ਖਾਤੇ 'ਚ ਪਾ ਦਾਂਗੇ, ਪਰ ਉਹਦੀ ਫਿਰ ਉਹ ਮੀਟਰਿੰਗ ਹੋਏਗੀ। ਠੀਕ, ਫਿਰ ਉਹਦੇ ਤੋਂ ਤੈਅ ਹੋਏਗਾ ਕਿ ਅਗਰ ਉਹਨੇ ਮੰਨ ਲਓ ਸਾਰੇ ਸਾਲ ਦੇ ਵਿੱਚ 30,000 ਰੁਪਏ ਦੀ ਬਿਜਲੀ ਯੂਜ਼ ਕੀਤੀ ਤਾਂ 30,000 ਉਹ ਪੇ ਕਰਦੇ, ਔਰ 18,000 ਰੁਪਏ ਜਿਹੜਾ ਹੈਗਾ ਉਹ ਆਪਣੀ ਜੇਬ 'ਚ ਰੱਖੇ, ਪਾਏ, ਉਹਨੂੰ ਸਾਨੂੰ ਸਰਕਾਰ ਨੂੰ ਕੋਈ ਇਤਰਾਜ਼ ਨਹੀਂ। ਪਰ ਇਹ ਉਦੋਂ ਹੋਏਗਾ ਜਦੋਂ ਉਹ ਫਾਰਮਰ ਜਿਹੜਾ ਹੈਗਾ ਜ਼ਿਆਦਾ ਖਪਤ ਵਾਲੀਆਂ ਜਿਹੜੀਆਂ ਫਸਲਾਂ ਨੇ ਉਹਨੂੰ ਛੋੜੇ, ਉਸ ਟੈਕਨੀਕ ਨੂੰ ਛੋੜੇ, ਤਾਂ ਇਹ ਹੋਏਗਾ। ਔਰ ਪਹਿਲਾਂ 6 ਫੀਡਰ ਸੀ, ਫਿਰ ਇਹਨਾਂ ਨੇ 250 ਫੀਡਰ ਕੀਤੇ, ਅੱਜ ਕੱਲ੍ਹ 256 ਦੇ ਆਸ-ਪਾਸ ਫੀਡਰ ਦੇ ਉੱਤੇ ਇਹ ਸਕੀਮ ਚੱਲ ਰਹੀ ਹੈ, ਔਰ ਠੀਕ ਚੱਲ ਰਹੀ ਹੈ, ਮਤਲਬ ਕੋਈ ਇਸ ਤਰ੍ਹਾਂ ਨਹੀਂ ਹੈ। ਪਰ ਜਦਕਿ ਸਾਨੂੰ ਪ੍ਰੋਬਲਮ ਤਾਂ 12,500 ਪਿੰਡਾਂ ਦੇ ਵਿੱਚ ਹੈ ਨਾ, ਤਾਂ ਪ੍ਰੋਬਲਮ ਦਾ ਜਿਹੜਾ ਏਰੀਆ ਹੈ ਉਹ ਬਹੁਤ ਬੜਾ ਹੈ। ਜਦਕਿ ਹਜੇ ਇਹਨੂੰ ਅਸੀਂ ਕਹਿੰਦੇ ਹਾਂ ਵੀ ਪਿਛਲੇ 5 ਸਾਲਾਂ 'ਚ ਜਿਹੜਾ ਹੱਲ ਕਰਨ ਵਾਲੇ ਜਿਹੜੇ ਪਾਸੇ ਚੱਲੇ ਆ ਉਹ ਬਹੁਤ ਲਿਮਟਡ ਹੈ। ਸੋ ਠੀਕ ਹੈ, ਇੱਕ ਤਾਂ ਇਸ ਦੇ ਉੱਤੇ ਚਲੋ ਇੱਕ ਸਟੈਪ ਚੱਕਿਆ ਗਿਆ। ਦੂਸਰਾ ਉਹਨਾਂ ਨੇ ਸਟੈਪ ਇਹ ਚੱਕਿਆ ਸੀ ਕਿ ਮੁੱਖ ਮੰਤਰੀ ਸਾਹਿਬ ਉਦੋਂ ਇਜ਼ਰਾਈਲ ਗਏ ਸੀਗੇ, ਔਰ ਇਜ਼ਰਾਈਲ 'ਚ ਉਹਨਾਂ ਨੇ ਮਤਲਬ ਉੱਥੇ ਦੀ ਜਿਹੜੀ, ਕਿਉਂਕਿ ਇਜ਼ਰਾਈਲ ਜਿਹੜਾ ਕੰਟਰੀ ਹੈ ਉਹ ਇੱਕ ਇਹੋ ਜਿਹਾ ਕੰਟਰੀ ਹੈ ਜਿਹੜਾ ਪਾਣੀ ਦੀ ਮੈਨੇਜਮੈਂਟ ਲਈ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ, ਜਿਹਦੀ ਟੈਕਨੀਕਸ ਦੁਨੀਆ ਦੇ ਵਿੱਚ ਜਾਣੀ ਜਾਂਦੀ ਹੈ। ਉਹਨਾਂ ਦੀ ਜਿਹੜੀ ਉਹ ਕੰਪਨੀ ਹੈ, ਮੈਕਰੋਟ ਨਾਂ ਦੀ ਕੰਪਨੀ ਹੈ ਜਿਹੜੀ ਇਹ ਕੰਮ ਕਰਦੀ ਹੈ, ਔਰ ਪਿਛਲੇ 100 ਸਾਲਾਂ ਤੋਂ ਕਰ ਰਹੀ ਹੈ ਉਹ ਕੰਮ। ਤੁਸੀਂ ਦੇਖੋ ਨਾ ਉਸ ਕੰਪਨੀ ਦੀ ਜਿਹੜੀ ਵਿਸ਼ਵਸਨੀयता ਹੈ ਉਹ ਕਿੰਨੀ ਜ਼ਿਆਦਾ ਹੈ, ਮਤਲਬ ਉਹ ਲੋਕ ਉਹ 'ਤੇ ਕਿੰਨਾ ਵਿਸ਼ਵਾਸ ਕਰਦੇ ਆ ਉਸ ਕੰਪਨੀ ਦੇ ਉੱਤੇ। ਸੋ ਉਹ ਕੰਪਨੀ ਨੂੰ ਨਾਲ MOU ਸਾਈਨ ਕੀਤਾ ਗਿਆ, ਔਰ ਕੰਪਨੀ ਨੂੰ ਇੱਥੇ ਬੁਲਾਇਆ ਗਿਆ। ਉਹਨਾਂ ਨੇ ਇੱਥੇ ਆਪਣੀਆਂ 4 ਰਿਪੋਰਟਾਂ ਹੁਣ ਤੱਕ ਦੇਤੀਆਂ ਨੇ। ਉਹ ਫਿਲਹਾਲ ਜੋ 4 ਰਿਪੋਰਟਾਂ ਨੇ ਜਿਸ 'ਚ ਉਹ ਮੈਪਿੰਗ ਕਰ ਰਹੇ ਆ ਕਿ ਕਿਸ ਰਜਵਾਹੇ ਦੇ ਉੱਤੇ ਕਿੰਨਾ ਪਾਣੀ ਹੈ, ਉਹ ਰਜਵਾਹਾ ਕਿੰਨੀ ਏਰੀਆ ਨੂੰ ਸਿੰਜਦਾ ਹੈ, ਕਿੰਨੀ ਉੱਥੇ ਪਾਣੀ ਦੀ ਰਿਕੁਆਇਰਮੈਂਟ ਹੈ, ਅਗਰ ਇਹ ਟੈਕਨੀਕ ਦੀ ਬਜਾਏ ਆਹ ਟੈਕਨੀਕ ਕਰ ਲਈ ਜਾਏ ਤਾਂ ਫਿਰ ਕੀ ਹੋਏ। ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਉਹ ਮੈਪਿੰਗ ਕਰ ਰਹੇ ਆ। ਪਾਣੀ ਕਿੰਨਾ ਥੱਲੇ ਜਾ ਰਿਹਾ, ਕਿੰਨਾ ਪਾਣੀ ਰੀਚਾਰਜ ਹੁੰਦਾ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ। ਤਾਂ ਉਹ ਸਾਰੀ ਦੀਆਂ 4 ਰਿਪੋਰਟਾਂ ਉਹ ਦੇ ਚੁੱਕੇ ਆ ਇਰੀਗੇਸ਼ਨ ਡਿਪਾਰਟਮੈਂਟ ਨੂੰ, 2 ਹੋਰ ਦੇਣੀਆਂ ਨੇ। ਉਸ ਤੋਂ ਬਾਅਦ ਉਹ ਇੱਕ ਐਕਸ਼ਨ ਪਲਾਨ ਦੇਣਗੇ ਕਿ ਇਸ ਦੇ ਉੱਤੇ ਤੁਸੀਂ ਆਹ ਕਰ ਲਓ, ਅਗਰ ਇਹ ਪਾਣੀ ਬਚਾਉਣਾ ਤਾਂ ਆਹ ਕਰੋ, ਫਸਲਾਂ ਨੂੰ ਡਾਈਵਰਟ ਕਰੋ, ਟੈਕਨੀਕ ਡਾਈਵਰਟ ਕਰੋ, ਇਸ ਤਰ੍ਹਾਂ ਦੇ ਸਾਰੇ ਉਹ ਪਲਾਨ ਦੇਗੀ। ਸੋ ਹੁਣ ਮੈਂ ਫਿਰ ਵਾਪਸ ਉੱਥੇ ਆ ਰਿਹਾ, ਸਪੋਜ਼ ਉਹ ਕੰਪਨੀ ਇਹ ਸਾਰੀਆਂ ਚੀਜ਼ਾਂ ਦੇ ਦਿੰਦੀ ਹੈ, ਅਸੀਂ ਕਹਿੰਦੇ ਵੀ ਨਹੀਂ, ਇਸ ਤੋਂ ਕਿਸਾਨ ਨਾ ਨਾਰਾਜ਼ ਹੋ ਜੇ, ਇਸ ਤੋਂ ਇੰਡਸਟਰੀ ਨਾਲ ਨਾਰਾਜ਼ ਹੋ ਜੇ, ਇਸ ਤੋਂ ਫਲਾਣਾ ਨਾ ਨਾਰਾਜ਼ ਹੋ ਜੇ, ਇਸ ਤੋਂ ਟਿਮਕਾਣਾ ਨਾ ਨਾਰਾਜ਼ ਹੋ ਜੇ, ਤਾਂ ਫਿਰ ਉਹਨਾਂ ਦਾ ਤਾਂ ਕੋਈ ਮੁੱਲ ਨਹੀਂ ਹੋਇਆ। ਅਸੀਂ 9 ਕਰੋੜ ਰੁਪਈਆ ਵੀ ਖਰਚ ਕਰਤਾ ਉਸ ਕੰਪਨੀ ਨੂੰ ਦੇਖੇ। ਉਹ ਕੰਪਨੀ 4 ਸਾਲ ਇੱਥੇ ਲਗਾ ਵੀ ਗਈ, ਉਹਨਾਂ ਨੇ ਮਿਹਨਤ ਵੀ ਕੀਤੀ ਇੰਨੀ, ਸਾਰਾ ਕੁਝ ਸਾਨੂੰ ਦੱਸ ਵੀ ਗਏ, ਤਾਂ ਫਿਰ ਵੀ ਅਸੀਂ ਅਗਰ ਉਸ 'ਤੇ ਵਧਣਾ ਨਹੀਂ ਹੈ ਤਾਂ ਉਸ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੋਏਗਾ। ਸੋ ਮੇਰਾ ਜਿਹੜਾ ਪਹਿਲਾ ਸਵਾਲ ਸਿਰਫ ਇੰਨਾ ਕੀ ਹੈ ਕਿ ਕੀ ਅਸੀਂ ਉਹ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਹਾਂ ਜਿਹੜੀਆਂ ਚੀਜ਼ਾਂ ਦੀ ਸਿਫਾਰਿਸ਼ਾਂ ਕੀਤੀਆਂ ਜਾਂਦੀਆਂ ਨੇ। ਕੱਲ੍ਹ ਵੀ 3.5 ਪੇਜ ਦੀਆਂ ਸਿਫਾਰਿਸ਼ਾਂ ਸੀ ਜੋ ਮਤਲਬ ਇਸ ਵਿਧਾਨ ਸਭਾ ਦੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਉਹਨਾਂ ਨੇ ਕੀਤੀਆਂ ਨੇ। ਉਸ 'ਚ ਚਾਹੇ ਪੈਡੀ ਨੂੰ ਘਟਾਉਣ ਦੀ ਗੱਲ ਹੋਵੇ, ਮੀਟਰਿੰਗ ਦੀ ਗੱਲ ਹੋਵੇ, ਉਹਨਾਂ ਨੇ ਕਿਹਾ ਕਿ ਸਾਰੀ ਜਿੰਨਾ ਵੀ ਜੋ ਬੰਦਾ ਪਾਣੀ ਯੂਜ਼ ਕਰ ਰਿਹਾ ਉਹਦੀ ਮੀਟਰਿੰਗ ਹੋਣੀ ਚਾਹੀਦੀ ਹੈ। ਤੁਸੀਂ ਦੇਖੋ ਹੁਣ ਪੂਰੇ ਪੰਜਾਬ ਦੇ ਵਿੱਚ ਅਸੀਂ ਕੋਈ ਮੀਟਰਿੰਗ ਨਹੀਂ ਯੂਜ਼ ਕਰਦੇ, ਈਵਨ ਘਰਾਂ ਦੇ ਵਿੱਚ ਅਸੀਂ ਮਤਲਬ ਪਰ ਟਿਊਟੀ ਪੈਸਾ ਲਗਾਤਾ ਜੀ 50 ਰੁਪਏ ਪਰ ਟੂਟੀ, ਉਹਦੇ ਨਾਲ 4 ਟੂਟੀਆਂ ਉਹਨਾਂ ਨੇ ਇਲੀਗਲ ਲਗਾਈਆਂ, ਸਾਨੂੰ ਕੁਝ ਨਹੀਂ ਪਤਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਕਿਉਂ ਪਲੈਨਿੰਗ ਨਹੀਂ ਹੋ ਪਾ ਰਹੀ ਕਿ ਸਾਡੇ ਕੋਲੇ ਕੋਈ ਚੀਜ਼ ਦਾ ਸਹੀ ਡਾਟਾ ਹੀ ਨਹੀਂ ਹੈ ਕਿ ਐਕਚੁਅਲੀ ਸਾਡੀ ਯੂਜ਼ਸ ਕਿੰਨੀ ਹੈ, ਔਰ ਇਹ ਯੂਜ਼ਸ ਇੱਥੇ ਵਾਲੇ ਸਰੋਤਾਂ ਤੋਂ ਆਉਣਾ ਹੈ, ਉਸ 'ਤੇ ਕਿੰਨਾ ਖਰਚਾ ਹੁੰਦਾ ਹੈ, ਉਹ ਸਾਰੇ ਖਰਚੇ ਨੂੰ ਪਾ ਕੇ ਅਸੀਂ ਕੰਜ਼ਿਊਮਰ ਤੋਂ ਇੰਨੇ ਪੈਸੇ ਲੈਣੇ ਆ। ਇਸ ਦੇ ਉੱਤੇ ਕੋਈ ਵੀ ਜਿਹੜਾ ਕੰਮ ਨਹੀਂ ਹੋ ਰਿਹਾ।
ਠੀਕ ਹੈ। ਸੇਮ ਇਸੇ ਤਰ੍ਹਾਂ ਹੀ ਫਾਰਮਿੰਗ ਸੈਕਟਰ ਤੇ ਹੈ। ਫਾਰਮਿੰਗ ਸੈਕਟਰ ਦੇ ਉੱਤੇ ਵੀ ਮੋਟਰਾਂ ਖੁੱਲੀਆਂ ਚੱਲ ਰਹੀਆਂ ਨੇ, ਕੋਈ ਪਰਵਾਹ ਨਹੀਂ ਹੈ, ਕਿਉਂਕਿ ਬਿਜਲੀ ਫ੍ਰੀ ਹੈ। ਕੌਣ ਪਰਵਾਹ ਕਰੇਗਾ? ਦੇਖੋ, ਜਦੋਂ ਕੋਈ ਚੀਜ਼ ਤੁਸੀਂ ਫ੍ਰੀ ਆਫ ਕਾਸਟ ਦਿੰਦੇ ਹੋ ਤਾਂ ਇਸ ਤਰ੍ਹਾਂ ਚੱਲਦਾ ਹੈ। ਇਸੇ ਤਰ੍ਹਾਂ ਹੀ ਤੁਸੀਂ ਸ਼ਹਿਰਾਂ ਦੇ ਵਿੱਚ ਦੇਖ ਲਓ, ਹੁਣ ਮਾਲਸ ਨੇ ਏਡੇ ਵੱਡੇ ਵੱਡੇ, ਅਸੀਂ ਇਕੱਲਾ ਮਤਲਬ ਕਿਸਾਨਾਂ ਨੂੰ ਨਾ ਠਹਿਰਾਈਏ ਦੋਸ਼ੀ ਵੀ ਉਹੀ ਪਾਣੀ ਸੱਕ ਕਰਦੇ ਆ ਉਹਦੇ ਵਿੱਚੋਂ, ਲੇਕਿਨ ਬਾਕੀ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜਾ ਯੂਜ਼ ਹੁੰਦਾ, ਮਤਲਬ ਟੂਟੀਆਂ ਖੁੱਲੀਆਂ ਪਈਆਂ ਨੇ, ਟੋਇਲਟਸ ਨੇ, ਇੱਕ ਬੰਦਾ ਬਾਥਰੂਮ ਗਿਆ ਪੂਰਾ ਉਹ ਕਰਤਾ 20 ਲੀਟਰ ਪਾਣੀ ਉਹਨੂੰ ਸਾਫ਼ ਕਰਨ ਤੇ ਲੱਗ ਗਿਆ, ਫਲਸ਼ ਆਊਟ ਤੇ ਤਾਂ ਇਹ ਵੀ ਤਾਂ ਪਾਣੀ ਯੂਜ਼ ਹੋ ਰਿਹਾ ਨਾ। ਸਿਨੇਮਾ ਹਾਲਸ 'ਚ ਤੁਸੀਂ ਦੇਖੋ ਜਾ ਕੇ, ਹੁਣ ਮੰਨ ਲਓ ਇੱਕ ਦਿਨ ਦੇ ਵਿੱਚ 1000 ਬੰਦੇ ਨੇ ਦੇਖਿਆ, 1000 ਬੰਦਾ ਹੀ ਬਾਥਰੂਮ ਜਾ ਰਿਹਾ ਹੈ, 1000 ਬੰਦਾ ਹੀ ਉਹ ਕਿੰਨੇ 1000 ਲੀਟਰ ਉਹਨਾਂ ਨੇ ਪਾਣੀ ਵੇਸਟ ਕਰਤਾ। ਉਹ ਵੇਸਟ ਪਾਣੀ ਨੂੰ ਨਵੇਂ ਸਿਰੇ ਤੋਂ ਟ੍ਰੀਟ ਕਰਕੇ ਕਿਤੇ ਯੂਜ਼ ਕਰਨ ਦਾ ਸਾਡੇ ਕੋਲ ਜਿੱਦਾਂ ਆਪਣੇ ਵਾਟਰ ਪਿਊਰੀਫਾਇਰਸ ਲੱਗੇ ਹੁੰਦੇ ਨੇ ਕਿਚਨ ਦੇ ਵਿੱਚ, ਤਾਂ ਜਿਹੜਾ ਵੇਸਟੇਜ ਨਿਕਲਦੀ ਆ ਉਹ ਇਦਾਂ ਹੀ ਯੂਟਿਲਾਈਜ਼, ਉਹਦੇ 'ਚ ਵੀ 1/3 ਪਾਣੀ ਤੁਹਾਡੇ ਕੋਲੇ ਦੇਖੋ ਪਾਣੀ ਆਂਦਾ ਹੈ। ਜੇ 100 ਲੀਟਰ ਪਾਣੀ ਉਹ ਟ੍ਰੀਟ ਕਰ ਰਿਹਾ ਤਾਂ 33 ਲੀਟਰ ਪਾਣੀ ਉਹ ਤੁਹਾਨੂੰ ਦਿੰਦਾ ਹੈ, 46 ਲੀਟਰ ਪਾਣੀ ਉਹ ਤਾਂ ਉਹ ਵੇਸਟੇਜ ਹੈ। ਹੁਣ ਉਸ ਵੇਸਟੇਜ ਦਾ ਕੀ ਕਰ ਰਹੇ ਹਾਂ ਅਸੀਂ? ਕੀ ਅਸੀਂ ਉਹਨਾਂ ਨੂੰ ਘਰਾਂ ਦੇ ਵਿੱਚ ਯੂਜ਼ ਕਰ ਰਹੇ ਹਾਂ ਵੀ ਉਹਨੂੰ ਅਸੀਂ ਚਲੋ ਜੀ ਵਿਹੜਾ ਧੋਣ ਵਾਸਤੇ ਲਾਤਾ, ਕੱਪੜੇ ਧੋਣ ਵਾਸਤੇ, ਇਸ ਤਰ੍ਹਾਂ ਦਾ ਵੀ ਕੋਈ ਨਾ, ਅਸੀਂ ਚੱਕ ਕੇ ਉਹਨੂੰ ਬਾਹਰ ਲੋੜ ਦਿੰਦੇ ਹਾਂ, ਉਹ ਤਾਂ ਵੇਸਟ ਹੀ ਹੁੰਦਾ। ਸੋ ਮੈਂ ਇਸੇ ਗੱਲ ਦੇ ਉੱਤੇ ਬਾਰ-ਬਾਰ ਥੋੜਾ ਦਬਾਅ ਦੇ ਰਿਹਾ ਕਿ ਸਾਡੇ ਕੋਲ ਇਸ ਸਾਰੀ ਚੀਜ਼ ਦੀ ਕੋਈ ਪਲੈਨਿੰਗ ਨਹੀਂ ਹੈ। ਇਸ ਪਲੈਨਿੰਗ ਦੀ ਘਾਟ ਕਰਕੇ ਹੀ ਅਸੀਂ ਕੋਈ ਆਪਣੇ ਨਵੀਆਂ ਯੋਜਨਾਵਾਂ ਤਿਆਰ ਨਹੀਂ ਕਰ ਪਾ ਰਹੇ, ਜਿਸ ਤੋਂ ਅਸੀਂ ਇਹ ਤੈਅ ਕਰੀਏ ਕਿ ਅਸੀਂ ਇਸ ਪਾਣੀ ਦਾ ਕਰਨਾ ਕੀ ਹੈ। ਸਪੋਜ਼ ਹੁਣ ਮੈਂ ਮਤਲਬ ਇਹ ਖਰੜ ਸ਼ਹਿਰੀ ਹੈ ਜਿੱਥੇ ਤੁਸੀਂ ਇੱਕ ਸਾਰਾ ਉਹ ਕਰ ਰਹੇ ਹੋ। ਹੁਣ ਇਸ ਖਰੜ ਸ਼ਹਿਰ ਦੀ ਲਗਭਗ 2-2.5 ਲੱਖ ਆਬਾਦੀ ਹੋ ਚੁੱਕੀ ਹੈ। ਹੁਣ ਇਹ ਅਸੀਂ ਕਿਹਾ ਹੋਇਆ ਵੀ ਅਸੀਂ 132 ਲੀਟਰ ਪਰ ਡੇ ਪਰ ਵਿਅਕਤੀ ਪਾਣੀ ਦੇ ਰਹੇ ਹਾਂ, ਠੀਕ ਹੈ। ਇਹ ਸਰਕਾਰਾਂ ਦਾ ਕਲੇਮ ਹੈ, ਘੱਟ ਵੱਧ ਹੋ ਜੇ ਮੈਂ ਉਸ 'ਚ ਨਹੀਂ ਜਾਣਾ ਚਾਹੁੰਦਾ। ਚਲੋ ਮੈਂ ਤਾਂ ਸਰਕਾਰ ਦੇ ਦਾਅਵੇ ਕਰ ਰਹੇ ਹਾਂ ਵੀ ਇੰਨਾ ਲੀਟਰ ਉਹ ਪਾਣੀ ਦੇ ਰਹੇ। ਕਿੰਨੇ ਲੱਖ ਲੀਟਰ ਪਾਣੀ ਅਸੀਂ ਯੂਜ਼ ਕਰ ਰਹੇ ਹਾਂ, ਰਾਈਟ? ਅਸੀਂ ਉਹ ਪਾਣੀ ਫਲਸ਼ ਆਊਟ ਵੀ ਕਰਦੇ ਹਾਂ। ਉਹ ਇੰਨਾ ਪਾਣੀ ਜਾ ਕਿੱਥੇ ਰਿਹਾ? ਕੀ ਅਸੀਂ ਕਦੀ ਸੋਚਿਆ? ਤੁਸੀਂ ਇਕੱਲਾ ਅਗਰ ਮੈਂ ਤੁਹਾਨੂੰ ਸਿਰਫ ਇਸੇ ਸ਼ਹਿਰ ਦੀ ਹੋਈ ਉਦਾਹਰਣ ਦੇਵਾਂ, ਤੁਸੀਂ ਇਹ ਸ਼ਹਿਰ ਦੇ ਨਾਲ ਨਾਲ ਜਿਹੜਾ ਡਰੇਨੇਜ ਜਾ ਰਹੀ ਹੈ ਉਹ ਅੱਗੇ ਦੇਖੋ ਕਿੰਨੇ ਪਿੰਡਾਂ ਨੂੰ ਖਰਾਬ ਕਰ ਰਹੀ ਹੈ। ਜਿਹੜੀ SYL ਤੋੜੀ ਹੈ ਉਹ ਸਾਰੀ ਦੀ ਸਾਰੀ SYL ਤੋੜ ਕੇ ਉਹ 'ਚ ਸੀਵੇਜ ਵਾਟਰ ਪੈ ਰਿਹਾ। ਹੁਣ ਉਹੀ ਗਰਾਊਂਡ ਵਾਟਰ ਨੂੰ ਖਰਾਬ ਕਰੇਗਾ, ਉਹੀ ਗਰਾਊਂਡ ਵਾਟਰ, ਕਿਉਂਕਿ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਅੱਗੇ ਪੈ ਰਿਹਾ। ਫਤਿਹਗੜ੍ਹ ਸਾਹਿਬ ਜ਼ਿਲ੍ਹਾ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਗਰਾਊਂਡ ਵਾਟਰ ਹੀ ਯੂਜ਼ ਕਰਦਾ, ਉੱਥੇ ਨਹਿਰੀ ਵਾਟਰ ਨਹੀਂ ਹੈ, ਠੀਕ ਹੈ। ਹੁਣ ਨੈਚੁਰਲੀ ਜਦੋਂ ਇਹ ਵਾਟਰ ਉਹਨੂੰ ਖਰਾਬ ਕਰੇਗਾ ਤੇ ਇਹੀ ਸਾਨੂੰ ਬਿਮਾਰ ਕਰੇਗਾ। ਜਦੋਂ ਸਾਨੂੰ ਬਿਮਾਰ ਕਰੇਗਾ ਤਾਂ ਅਸੀਂ ਖਰਚਾ ਉੱਥੇ ਹਸਪਤਾਲਾਂ ਤੇ ਕਰ ਰਹੇ ਹਾਂ, ਪਰ ਅਸੀਂ ਉਹਨੂੰ ਇਸ ਗੱਲ ਦੇ ਉੱਤੇ ਨਹੀਂ ਕਰ ਰਹੇ ਕਿ ਯਾਰ ਇਸੇ ਵਾਟਰ ਨੂੰ ਟ੍ਰੀਟ ਕਰਕੇ ਅਸੀਂ ਉੱਥੇ ਭੇਜੀਏ। ਜਿਹੜਾ ਖਰਚਾ ਉੱਥੇ ਹੋ ਰਿਹਾ ਉਹ ਖਰਚਾ ਇੱਥੇ ਅਸੀਂ ਦੇ। ਮੈਂ ਤੁਹਾਨੂੰ ਇੱਕ ਬਹੁਤ ਵੱਡੀ ਉਦਾਹਰਣ ਦੇਣਾ ਚਾਹੁੰਦਾ। ਇਹਦੇ ਵਿੱਚ ਅਸੀਂ ਲੋਕ ਕਿੰਨੇ ਜ਼ਿੰਮੇਵਾਰ ਹਾਂ, ਮੈਂ ਸਿਰਫ ਉਹਦੀ ਉਦਾਹਰਣ ਦੇਣਾ ਚਾਹੁੰਦਾ। 5 ਕੁ ਸਾਲ ਪਹਿਲਾਂ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ, ਮੈਨੂੰ ਯਾਦ ਹੈ ਇੱਕ ਉੱਥੇ ਵੀ ਉਹ ਜਿਸ ਤਰ੍ਹਾਂ ਇਹ ਵਿਧਾਨ ਸਭਾ ਕਮੇਟੀ ਹੈ ਉਸੇ ਤਰ੍ਹਾਂ ਦੀ ਇੱਕ ਵਿਧਾਨ ਸਭਾ ਕਮੇਟੀ ਪਰਮਾਨੈਂਟ ਹੈ। ਉਹ ਹੈਗੀ ਹੈ ਸ਼ਹਿਰੀ ਤੇ ਰੂਰਲ ਦੀ ਪਾਣੀ ਦੇ ਉੱਤੇ ਕਮੇਟੀ ਹੈ ਇੱਕ ਬਣੀ ਵੀ, ਉਹ ਕਿਸ ਤਰ੍ਹਾਂ ਯੂਜ਼ ਹੋਏ। ਤਾਂ ਉਹਨਾਂ ਦੀ ਇੱਕ ਰਿਪੋਰਟ ਉਹਨਾਂ ਨੇ ਪੇਸ਼ ਕੀਤੀ, ਬੜੀ ਇੰਟਰਸਟਿੰਗ ਰਿਪੋਰਟ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਲੰਧਰ ਸ਼ਹਿਰ ਸਪੋਜ਼ ਹੈਗਾ ਤਾਂ ਜਲੰਧਰ ਸ਼ਹਿਰ 'ਚ ਜੇ 100 ਬੰਦਾ ਰਹਿੰਦਾ ਤਾਂ ਜਲੰਧਰ ਨਗਰ ਨਿਗਮ ਸਿਰਫ ਔਰ ਸਿਰਫ 50 ਬੰਦਿਆਂ ਤੱਕ ਹੀ ਆਪਣੇ ਬਿੱਲ ਪਹੁੰਚਾ ਪਾਉਂਦੀ ਹੈ। ਮਤਲਬ ਤੁਸੀਂ ਇਹਦੀ ਹਾਲਤ ਦੇਖੋ ਵੀ ਜੇ ਸਾਡੇ ਕੋਲ ਉੱਥੇ 2 ਲੱਖ ਕਨੈਕਸ਼ਨ ਦਿੱਤਾ ਹੋਇਆ, 2 ਲੱਖ 'ਚੋਂ ਅਸੀਂ ਸਿਰਫ 1 ਲੱਖ ਨੂੰ ਹੀ ਬਿੱਲ ਪਹੁੰਚਾ ਪਾਉਂਦੇ ਹਾਂ। ਜਨਰੇਟ ਹੀ ਬਿੱਲ 1 ਲੱਖ ਦਾ ਉਹ ਪਾਉਂਦਾ ਹੈ ਸਾਡੇ ਕੋਲ, ਯਾਨੀ 1 ਲੱਖ ਨੂੰ ਤਾਂ ਅਸੀਂ ਜਨਰੇਟ ਹੀ ਨਹੀਂ ਕਰਦੇ। ਯਾਨੀ ਉਸ ਤੋਂ ਤਾਂ ਫਿਰ ਪੈਸਾ ਕੀ ਆਣਾ ਜਦੋਂ ਅਸੀਂ ਬਿੱਲ ਹੀ ਜਨਰੇਟ ਨਹੀਂ ਕੀਤਾ। ਜਿਨ੍ਹਾਂ ਨੂੰ ਜਨਰੇਟ ਕਰਕੇ ਦੇਤਾ ਉਹਦੇ 'ਚੋਂ 60% ਲੋਕ ਭਰਦੇ ਆ, 40% ਭਰਦੇ ਹੀ ਨਹੀਂ ਹੈ। ਯਾਨੀ ਕਿ ਫਿਰ ਫਰਦਰ ਤੁਹਾਡੇ ਕੋਲੇ 60 ਹਜ਼ਾਰ ਬੰਦਾ ਜਿਹੜਾ ਹੈਗਾ ਉਹ ਤੁਹਾਨੂੰ ਬਿੱਲ ਪੇ ਕਰ ਰਿਹਾ, 40 ਨਹੀਂ ਦੇ। ਯਾਨੀ ਕਿ ਅਗਰ ਸਾਡੇ ਕੋਲੇ 2 ਲੱਖ ਕਨੈਕਸ਼ਨ ਹੈ ਉਹ 'ਚੋਂ 60 ਹਜ਼ਾਰ ਸਿਰਫ ਦੇ ਰਹੇ ਹੈ, ਉਹ ਕਿੰਨਾ ਹੋ ਗਿਆ 1/4। ਜੇ 1/4 ਤੋਂ ਹੀ ਸਾਨੂੰ ਪੈਸਾ ਆਣਾ ਹੈ, ਖਰਚਾ ਅਸੀਂ ਜਿਹੜਾ ਕੈਲਕੂਲੇਟ ਕੀਤਾ ਹੋਇਆ ਉਹ ਖਰਚਾ ਕੈਲਕੂਲੇਟ ਕੀਤਾ ਹੋਇਆ 2 ਲੱਖ ਦੇ ਉੱਤੇ, ਦੇ ਕਿੰਨਾ ਰਿਹਾ 1/4। ਤਾਂ ਫਿਰ ਕੀ ਹੋਊਗਾ ਕਿ ਸਾਨੂੰ ਘਾਟਾ ਹੋਊਗਾ। ਅਸੀਂ ਕੀ ਕਰਦੇ ਹਾਂ ਕਿ ਫਿਰ ਰੇਟ ਵਧਾ ਦਿਓ ਜੀ। ਰੇਟ ਵਧਾਉਣ ਦੇ ਉੱਤੇ
ਪੈਂਦਾ ਫਿਰ ਉਹ 60,000 ਦੇ ਉੱਤੇ ਹੈ, ਕਿਉਂਕਿ 1.5 ਲੱਖ ਨੇ ਤਾਂ ਦੇਣਾ ਹੀ ਨਹੀਂ, ਅਸੀਂ ਕਰ ਹੀ ਨਹੀਂ ਪਾ ਰਹੇ। ਇਹ ਰਿਪੋਰਟ ਆਏ ਨੂੰ 7-8 ਸਾਲ ਹੋ ਚੁੱਕੇ, ਮਤਲਬ ਇਸ ਦੇ ਉੱਤੇ ਕੋਈ ਕੰਮ ਕੀਤਾ ਜਾਏ। ਸੋ ਇਹ ਜਿਹੜੀਆਂ ਚੀਜ਼ਾਂ ਮਤਲਬ ਆਉਂਦੀਆਂ ਨੇ, ਇਹ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡਾ ਨੁਕਸਾਨ ਇਹੀ ਕਰਦੀਆਂ ਨੇ ਕਿ ਅਸੀਂ ਪ੍ਰੋਪਰ ਪਲੈਨਿੰਗ ਨਹੀਂ ਕਰ ਪਾਉਂਦੇ ਅਗਲੀਆਂ। ਜੇ ਇਹੀ ਤੁਸੀਂ ਸੋਚੋ ਕਿ ਅਸੀਂ ਹਰ ਘਰ ਤੋਂ 100 ਰੁਪਇਆ ਚਾਰਜ ਵੀ ਕਰਦੇ ਹੁੰਦੇ, ਮੈਂ ਨਹੀਂ ਜਾ ਰਿਹਾ ਵੀ ਤੁਸੀਂ ਉਹ ਪਾਣੀ ਕਿੰਨਾ ਯੂਜ਼ ਕਰ ਰਿਹਾ, ਮੈਂ ਕਹਿੰਦਾ ਜੇ 2 ਲੱਖ ਸਾਡੇ ਕੋਲ ਘਰ ਹੈ ਔਰ ਉਹ ਸਾਨੂੰ ਸਿਰਫ 200 ਰੁਪਈਆ ਪਰ ਘਰ ਹੀ ਦੇ ਰਿਹਾ, ਤਾਂ ਤੁਸੀਂ ਇਹਦਾ ਅੰਦਾਜ਼ਾ ਲਗਾਓ ਕਿ ਸਾਡੇ ਕੋਲੇ ਕਿੰਨਾ ਪੈਸਾ ਪਰ ਮੰਥ ਆਉਂਦਾ, ਔਰ ਅਸੀਂ ਉਹਦੇ ਅਨੁਸਾਰ ਨਵੀਆਂ ਪਾਈਪਾਂ ਪਾ ਸਕਦੇ ਸੀ, ਹਰ ਕਿਤੇ ਜਾ ਕੇ ਨਹਿਰੀ ਪਾਣੀ ਪਹੁੰਚਾ ਸਕਦੇ ਸੀ, ਜਿਹੜਾ ਪਾਣੀ ਨਿਕਲਦਾ ਅਸੀਂ ਉਹਨੂੰ ਟਰੀਟ ਕਰ ਸਕਦੇ ਸੀ, ਟਰੀਟਡ ਵਾਟਰ ਅਸੀਂ ਉਹਨੂੰ ਖੇਤਾਂ ਤੱਕ ਪਹੁੰਚਾ ਸਕਦੇ ਸੀ। ਉਹ ਸਾਰਾ ਜਿਹੜਾ ਸਾਡਾ ਪੈਸਾ ਬਚਦਾ, ਚਾਹੇ ਫਿਰ ਸਾਨੂੰ ਮੋਟਰਾਂ ਦੀ ਉਨੀ ਘੱਟ ਯੂਜ਼ ਕਰਨੀ ਪੈਂਦੀ ਜਿਹੜਾ ਅਸੀਂ ਥੱਲੋਂ ਕੱਢ ਰਹੇ ਹਾਂ, ਤਾਂ ਉਹ ਮੋਟਰਾਂ ਦਾ ਜਿਹੜਾ ਸਾਨੂੰ ਪੈਸਾ ਬਚਦਾ ਉਹ ਅਸੀਂ ਪੈਸਾ ਇਸ 'ਤੇ ਲਗਾ ਸਕਦੇ ਸੀ। ਪਰ ਇਹ ਸਾਰਾ ਕੁਝ ਨਹੀਂ ਹੋ ਰਿਹਾ। ਇਹਦੇ ਲਈ ਜਿੰਨਾ ਸਰਕਾਰ ਦੋਸ਼ੀ ਹੈ, ਉਨਾ ਹੀ ਸਾਡੇ ਮਿਊਨਿਸਪਲ ਕਾਉਂਸਲਰ ਦੋਸ਼ੀ ਨੇ, ਉਨਾ ਹੀ ਅਸੀਂ ਦੋਸ਼ੀ ਹਾਂ, ਅਸੀਂ ਉਸ ਤੋਂ ਵੱਧ ਦੋਸ਼ੀ ਹਾਂ। ਕਿਉਂ? ਮੈਂ ਉੱਥੇ ਇਹ ਪ੍ਰਗਟ ਸਿੰਘ ਹੁਣੀ ਉਦੋਂ ਉਸ ਕਮੇਟੀ ਦੇ ਚੇਅਰਮੈਨ ਸੀ, ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਸੀ, ਉਹਨਾਂ ਨੇ ਖੁਦ ਨੇ ਕਿਹਾ ਵੀ ਜਦੋਂ ਵੀ ਇਹਨਾਂ ਨਾਲ ਅਸੀਂ ਗੱਲ ਕੀਤੀ, ਜਿਹੜੇ ਨਗਰ ਨਿਗਮ ਦੇ ਆਫੀਸਰਸ ਨੇ, ਉਹਨਾਂ ਨੇ ਕਿਹਾ ਹੈ ਵੀ ਜਦੋਂ ਅਸੀਂ ਸਖਤੀ ਕਰਦੇ ਹਾਂ ਤਾਂ ਜਿਹੜੇ ਕਾਉਂਸਲਰਸ ਨੇ ਉਹ ਕਹਿ ਦਿੰਦੇ ਆ ਯਾਰ ਵੀ ਮੇਰਾ ਵੋਟਰ ਨੇ, ਇਹਨੂੰ ਤੰਗ ਨਹੀਂ ਕਰਨਾ, ਫਲਾਣਾ ਮੇਰਾ ਵੋਟਰ ਹੈ, ਇਹਨੂੰ ਤੰਗ ਨਹੀਂ ਕਰਨਾ, ਟਿਮਕਾਣਾ ਮੇਰਾ ਵੋਟਰ ਹੈ, ਇਹਨੂੰ ਤੰਗ ਨਹੀਂ ਕਰਨਾ। ਵੀ ਜੇ ਕਿਸੇ ਨੂੰ ਤੰਗ ਹੀ ਨਹੀਂ ਕਰਨਾ ਤਾਂ ਫਿਰ ਮੰਗ ਕਿਉਂ ਕਰ ਰਹੇ ਹੋ ਵੀ ਮੇਰੇ ਘਰੇ ਪਾਣੀ ਪਹੁੰਚਾਓ, ਮੇਰੇ ਘਰੇ ਸਾਫ਼ ਸੁਥਰਾ ਪਾਣੀ ਪਹੁੰਚਾਓ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਰੀਆਂ ਇੰਟਰਕਨੈਕਟ ਨੇ, ਔਰ ਮੈਂ ਤੁਹਾਨੂੰ ਕਿਹਾ ਪੋਲੀਟੀਕਲ ਵਿਲ ਇੱਥੇ ਹੀ ਚਾਹੀਦੀ ਹੈ। ਜਦੋਂ ਕਿਸੇ ਬੰਦੇ ਨੇ ਬਿੱਲ ਨਹੀਂ ਭਰਿਆ ਸੀ, ਅਗਰ ਉੱਥੇ ਹੀ ਉਹ ਕਾਉਂਸਲਰ ਕਹਿੰਦਾ ਵੀ ਮੈਂ ਇਸ ਗੱਲ ਦੀ ਸਿਫਾਰਿਸ਼ ਨਹੀਂ ਕਰੂੰਗਾ, ਬਿੱਲ ਪਹਿਲਾਂ ਭਰੋ, ਫਿਰ ਮੈਂ ਕਹੂੰਗਾ ਕਿ ਤੁਹਾਨੂੰ ਪ੍ਰੋਪਰ ਪਾਣੀ ਦਿਓ। ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਤੁਹਾਨੂੰ ਬਿੱਲ ਭਰਨ ਦੀ ਲੋੜ ਹੀ ਨਹੀਂ, ਤਾਂ ਫਿਰ ਮੈਂ ਉਹਨਾਂ ਨੂੰ ਕਿਵੇਂ ਕਹਾਂ ਕਿ ਵੀ ਬਿੱਲ ਭਰੋ ਤੁਸੀਂ? ਆਖਿਰ ਪੈਸਾ ਆਊਗਾ ਕਿੱਥੇ? ਚਾਹੇ ਪੈਸਾ 1 ਰੁਪਇਆ ਖਰਚ ਹੋਏ, ਚਾਹੇ 1 ਲੱਖ ਖਰਚ ਹੋਏ, 1 ਕਰੋੜ ਖਰਚ ਹੋਏ, ਆਉਣਾ ਤਾਂ ਇਹਨਾਂ ਲੋਕਾਂ ਤੋਂ ਹੀ ਹੈ। ਅਸੀਂ ਮੰਗ ਤਾਂ ਕਰ ਸਕਦੇ ਹਾਂ ਜੇ ਅਸੀਂ ਪ੍ਰੋਪਰ ਉੱਤੇ ਖਰਚ ਕਰਦੇ ਹਾਂ। ਤੁਸੀਂ ਮੈਂ ਤੁਹਾਨੂੰ ਕਿਹਾ ਕਿ ਇੱਕ ਹੋਰ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ, ਚਲੋ ਇਹ ਤਾਂ ਮਿਊਨਿਸਪਲ ਦੇ ਦਾਇਰੇ 'ਚ ਜਿਹੜੇ ਖੇਤਰ ਆਉਂਦੇ ਨੇ ਉਹਨਾਂ ਤੇ ਲਗਾਮ ਕੱਸੀ ਜਾ ਸਕਦੀ ਹੈ, ਵਿਲ ਹੋਣੀ ਚਾਹੀਦੀ ਹੈ, ਪਰ ਜਿਹੜੇ ਰੂਰਲ ਖੇਤਰ ਨੇ, ਪੇਂਡੂ ਖੇਤਰ ਨੇ, ਕਿਉਂਕਿ ਫ੍ਰੀ ਹੈਂਡ ਹੁੰਦਾ, ਸਮਰਸੀਬਲ ਕਰਵਾ ਸਕਦੇ ਨੇ, ਕਿਉਂਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਆਪਾਂ ਆਪਣਾ ਸਮਰਸੀਬਲ ਨਹੀਂ ਕਰਵਾ ਸਕਦੇ, ਪੇਂਡੂ ਖੇਤਰਾਂ ਦੇ ਵਿੱਚ ਸਮਰਸੀਬਲ ਕਰਵਾ ਸਕਦੇ ਨੇ। ਕਦੇ ਵੀ ਕਿਸੇ ਵੀ ਤਰੀਕੇ ਦੇ ਨਾਲ ਪਾਣੀ ਜਿਹੜਾ ਯੂਟੀਲਾਈਜ਼ ਹੋ ਸਕਦਾ ਹੈ, ਜਦੋਂ ਦਿਲ ਕੀਤਾ ਸਮਰਸੀਬਲ ਔਨ ਕੀਤਾ ਤੇ ਪਾਣੀ ਯੂਟੀਲਾਈਜ਼ ਕਰ ਲਿਆ, ਉਹਦੇ ਲਈ ਕੋਈ ਵਿਸ਼ੇਸ਼ ਰਣਨੀਤੀ ਬਣਾਈ? ਉਹਦੇ ਵਿੱਚ ਵੀ ਇਹਨਾਂ ਨੇ ਇਹ ਗੱਲ ਕੀਤੀ ਹੈਗੀ ਹੈ ਕਿ ਜਿਹੜਾ ਸਮਰਸੀਬਲ ਹੈ ਜਾਂ ਕਿਤੇ ਵੀ ਬੋਰਿੰਗ ਹੈ, ਉਹ ਸਿਰਫ ਔਰ ਸਿਰਫ ਗਵਰਨਮੈਂਟ ਦੀ ਅਥਾਰਟੀ ਦੇ ਆਗਿਆ ਨਾਲ ਹੋਏ। ਮੈਂ ਉਸੇ ਦੇ ਵਿੱਚ ਹੀ ਜਾ ਰਿਹਾ। 2 ਸਾਲ ਪਹਿਲਾਂ ਇੱਕ ਡਿਬੇਟ ਹੋਈ, ਪ੍ਰੈਜੈਂਟੇਸ਼ਨ ਦਿੱਤੀ ਗਈ ਸਾਰੀ ਪਾਣੀ ਦੇ ਉੱਤੇ ਕੈਬਨਿਟ ਨੂੰ। ਉਹਦੇ ਵਿੱਚ ਇਹਨਾਂ ਨੇ ਅਥਾਰਟੀ ਬਣਾਤੀ ਕਿ ਠੀਕ ਹੈ ਜੀ, ਅਥਾਰਟੀ ਤੈਅ ਕਰੇਗੀ ਸਾਰਾ ਕੁਝ। ਅੱਜ ਪੂਰਾ 1 ਸਾਲ ਤੋਂ ਉੱਤੇ ਹੋ ਚੁੱਕਿਆ, ਉਹ ਅਥਾਰਟੀ ਪ੍ਰੋਪਰ ਕੰਮ ਨਹੀਂ ਕਰ ਪਾ ਰਹੀ। ਕਿਉਂ? ਉਹਦੇ 'ਚੋਂ ਪਹਿਲਾਂ ਤਾਂ ਅਸੀਂ ਜਿੰਨਾ ਪੇਂਡੂ ਖੇਤਰ ਹੈ ਉਹਨੂੰ ਬਾਹਰ ਹੀ ਕਰਤਾ। ਜਦੋਂ ਹੁਣ ਉਹ ਖੇਤਰ ਹੀ ਬਾਹਰ ਹੈ ਤਾਂ ਤੁਸੀਂ ਉਸ 'ਤੇ ਕੀ ਸਖਤੀ ਕਰੋਗੇ? ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹ 'ਤੇ ਸਖਤੀ ਕਿਵੇਂ ਕਰੋਗੇ? ਚਲੋ ਮੈਂ ਇਹ ਕਹਿੰਦਾ ਵੀ ਚਲੋ ਸਟਾਰਟਿੰਗ ਦੇ ਤੌਰ 'ਤੇ ਤੁਸੀਂ ਉਹਨਾਂ ਨੂੰ ਬਾਹਰ ਕਰ ਲਓ, ਜਿੱਥੇ ਵੱਡੀ ਪੋਲੀਟੀਕਲ ਬਿੱਲ ਦੀ ਜ਼ਰੂਰਤ ਹੈ। ਫਿਲਹਾਲ ਉਹ ਖੇਤਰ ਨੂੰ ਬਾਹਰ ਕਰਕੇ ਦੂਸਰੇ ਖੇਤਰਾਂ 'ਤੇ ਧਿਆਨ ਦੇ ਦਿਓ ਜਿੱਥੇ ਤੁਸੀਂ ਕਰ ਸਕਦੇ ਹੋ। ਉਹ ਤੁਹਾਡੇ ਕੋਲ ਮਿਊਨਿਸਪਲ ਖੇਤਰ ਆ ਗਏ, ਇੰਡਸਟਰੀਅਲ ਖੇਤਰ ਆ ਗਏ। ਹੁਣ ਬਹੁਤ ਸਾਰੀ ਇੰਡਸਟਰੀ ਇੱਦਾਂ ਦੀ ਹੈ ਸਾਡੀ, ਉਹ ਬਹੁਤ ਜ਼ਿਆਦਾ ਪਾਣੀ ਯੂਜ਼ ਕਰਦੀ ਹੈ, ਏਰੀਆ ਵੀ ਉਹਨਾਂ ਕੋਲ ਬਹੁਤ ਜ਼ਿਆਦਾ ਹੁੰਦਾ, ਔਰ ਉਹ ਵਾਟਰ ਟਰੀਟਮੈਂਟ ਦੇ ਵਿੱਚ ਵੀ ਨਹੀਂ ਲਗਾਇਆ ਹੋਇਆ, ਉਹ ਇੱਦਾਂ ਹੀ ਚੱਕ ਕੇ ਬਾਹਰ ਸਿੱਟੀ ਜਾਂਦੇ ਆ। ਤੁਸੀਂ ਦੇਖ ਲਿਓ, ਇਹ ਪਟਿਆਲਾ ਤੋਂ ਰਾਜਪੁਰਾ ਵਾਲੇ ਪਾਸੇ ਚਲੇ ਜਾਓ, ਤੁਹਾਨੂੰ ਕਿੰਨਾ ਗੰਦਾ ਪਾਣੀ ਤੁਹਾਨੂੰ ਮਿਲੇਗਾ। ਇਹ ਘੱਗਰ ਦੇ ਉੱਪਰੋਂ ਜਿੰਨਾ ਪਾਣੀ ਆ ਰਿਹਾ ਹੈ, ਜਿੰਨੀਆਂ ਦਵਾਈਆਂ ਵਾਲੀਆਂ ਫੈਕਟਰੀਆਂ ਨੇ, ਮਿਊਨਿਸਪਲ ਵੇਸਟੇਜ ਹੈ, ਉਹ ਸਾਰੀ ਉਹ ਘੱਗਰ ਦੇ ਵਿੱਚ ਆ ਰਹੀ ਹੈ, ਬਲਕਿ ਉਹਦੀ ਸਮੈਲ ਬਾਹਰ ਤੱਕ ਆਉਂਦੀ ਹੈ, ਰੋਡ ਤੱਕ ਆਉਂਦੀ ਹੈ। ਪੋਲੂਸ਼ਨ ਬੋਰਡ ਨੇ ਰਿਪੋਰਟਾਂ ਵੀ ਦਿੱਤੀਆਂ ਹੋਈਆਂ ਨੇ ਕਿ ਭਾਈ ਇਹ ਸਾਰੇ ਏਰੀਆਜ਼ ਦੇ ਵਿੱਚੋਂ ਇਹ ਸਾਰਾ ਗੰਦਾ ਪਾਣੀ ਆ ਰਿਹਾ, ਔਰ ਅੱਗੇ ਸਾਰਾ ਇਹ ਵਾਟਰ ਮਤਲਬ ਜਿਹੜਾ ਸਾਡਾ ਖਰਾਬ ਕਰ ਰਿਹਾ। ਸੋ ਮੈਂ ਇਹ ਕਹਿ ਰਿਹਾ ਵੀ ਜਦ ਤੱਕ ਇਹ ਇਸ ਤਰ੍ਹਾਂ ਦੇ ਖੇਤਰ ਨੇ ਜਿਹਦੇ ਉੱਤੇ ਟੋਲਰੈਂਸ ਬਿਲਕੁਲ ਨਹੀਂ ਚਾਹੀਦੀ, ਬਿਲਕੁਲ ਸਖਤੀ ਚਾਹੀਦੀ ਹੈ, ਚਾਹੇ ਕੋਈ ਹੋਏ, ਚਾਹੇ ਵੱਡੇ ਤੋਂ ਵੱਡਾ ਇੰਡਸਟਰੀਲਿਸਟ ਹੋਏ, ਔਰ ਜਾਂ ਫਿਰ ਛੋਟੇ ਤੋਂ ਛੋਟਾ ਫਾਰਮਰ ਹੋਏ ਜਾਂ ਮਤਲਬ ਮਜ਼ਦੂਰ ਹੋ,
ਕਿਸੇ ਵੀ ਤਰ੍ਹਾਂ ਦੀ ਸਖਤੀ ਮਤਲਬ ਇਹਦੇ ਵਿੱਚ ਢਿੱਲ ਸਾਨੂੰ ਨਹੀਂ ਚਾਹੀਦੀ। ਤੁਸੀਂ ਇਸੇ ਗੱਲ ਦੀ ਲਿਖੋ, ਹੁਣ ਸਾਡਾ ਬੁੱਢਾ ਨਾਲਾ ਹੈ ਲੁਧਿਆਣੇ ਦੇ ਵਿੱਚ, ਸਾਰੀ ਇੰਡਸਟਰੀ ਦਾ ਪਾਣੀ ਜਿੰਨਾ ਗੰਦਾ ਉਹਦੇ ਵਿੱਚ ਪੈ ਰਿਹਾ। ਇਹਨਾਂ ਨੇ ਪਿੱਛੇ ਜੇ ਇੱਕ ਉਹ ਕੱਢੀ ਸਰਵੇ ਕੀਤਾ ਜਿੱਥੋਂ ਬੁੱਢਾ ਨਾਲਾ ਸਟਾਰਟ ਹੁੰਦਾ, ਉਹ ਸਟਾਰਟ ਹੋਣ ਇੱਕ ਘੰਟੇ ਦੀ ਨੋਟਿੰਗ ਕੀਤੀ ਗਈ। 1 ਘੰਟੇ 'ਚ ਇਸ ਏਰੀਆ 'ਚ ਪਾਣੀ ਕਿੰਨਾ ਸੀ, ਅਗਲੇ ਏਰੀਆ 'ਚ ਪਾਣੀ ਕਿੰਨਾ ਸੀ, ਉਸ ਤੋਂ ਅਗਲੇ ਏਰੀਆ 'ਚ ਪਾਣੀ ਕਿੰਨਾ ਸੀ, ਤਾਂ ਕਿ ਇਹ ਪਤਾ ਚੱਲ ਸਕੇ ਕਿ ਕਿਸ ਟਾਈਮ ਦੇ ਉੱਤੇ ਕਿਸ ਏਰੀਆ ਦੇ ਵਿੱਚ ਪਾਣੀ ਵੱਧ ਗਿਆ। ਤਾਂ ਤੁਹਾਨੂੰ ਅੰਦਾਜ਼ਾ ਹੋਊਗਾ ਵੀ ਇਹ ਜਿਹੜਾ ਇਹਦੇ ਪਿੱਛੇ ਏਰੀਆ ਹੈ ਇਹਦਾ ਪਾਣੀ ਇੱਥੇ ਪਹੁੰਚਿਆ ਇਸ ਏਰੀਆ। ਤਾਂ ਉਹ ਇਹ ਤੈਅ ਹੋਊਗਾ ਵੀ ਉਹ ਮਿਊਨਿਸਪਲ ਵਾਟਰ ਸੀਗਾ, ਸੀਵਰੇਜ ਦਾ ਵਾਟਰ ਸੀਗਾ ਕਿ ਇੰਡਸਟਰੀਅਲ ਵੇਸਟੇਜ ਸੀਗੀ। ਇਹ ਬਾਰ-ਬਾਰ ਕਹਿ ਦਿੰਦੇ ਜੀ ਉਹ STP ਕੰਮ ਨਹੀਂ ਕਰ ਰਿਹਾ। ਹੁਣ ਦੇਖੋ ਇੰਡਸਟਰੀਅਲ ਵੇਸਟੇਜ ਜਿਹੜੀ ਹੈਗੀ ਹੈ ਉਹ ਬਿਲਕੁਲ ਡਿਫਰੈਂਟ ਹੈ, ਮਿਊਨਿਸਪਲ ਵੇਸਟੇਜ ਬਿਲਕੁਲ ਡਿਫਰੈਂਟ ਹੈ। ਇਸ ਕਰਕੇ ਜਿਹੜਾ ਅਸੀਂ ਵਾਟਰ ਟਰੀਟਮੈਂਟ ਪਲਾਂਟ ਵੀ ਲਗਾਉਂਦੇ ਹੈਗੇ ਹਾਂ, ਉਹ ਇਸ ਕਰਕੇ ਡਿਫਰੈਂਟ ਮਸ਼ੀਨਰੀ ਲਗਾਉਣੀ ਪਊਗੀ। ਇੱਕ ਨੇ ਕੈਮੀਕਲ ਨੂੰ ਅਲੱਗ ਕਰਨਾ ਹੈ, ਇੱਕ ਨੇ ਬਾਇਓ ਜਿਹੜੀ ਹੁੰਦੀ ਹੈ ਉਹਨੂੰ ਅਲੱਗ ਕਰਨਾ ਹੈ। ਇਹ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ। ਅਸੀਂ ਦੋਨੋਂ ਨੂੰ ਇੱਕੋ ਜਿਹੀ ਪਾ ਰੱਖਿਆ, ਕੰਮ ਕਿਵੇਂ ਕਰੇਗਾ? ਤੁਸੀਂ ਜਾਂ ਤਾਂ ਕੈਮੀਕਲ ਵਾਲਾ ਲਗਾਓਗੇ ਫਿਰ ਉਹ ਜਿਹੜੀ ਦੂਜੀ ਵੇਸਟੇਜ ਹੈ ਉਹ ਨਿਕਲੀ ਜਾਏਗੀ, ਜੇ ਤੁਸੀਂ ਉਹ ਵਾਲਾ ਲਗਾਓਗੇ ਤਾਂ ਫਿਰ ਕੈਮੀਕਲ ਇੱਦਾਂ ਹੀ ਨਿਕਲੀ ਜਾਏਗਾ। ਇਸੇ ਕਰਕੇ ਉੱਥੇ ਕੰਮ ਨਹੀਂ ਹੋ ਪਾ ਰਿਹਾ। ਤਾਂ ਹੁਣ ਜਿਹੜਾ ਨਵੇਂ ਸਰਵੇ ਹੋਏ ਆ ਉਹਦੇ ਵਿੱਚ ਇਹ ਚੀਜ਼ਾਂ ਆਇਡੈਂਟੀਫਾਈ ਹੋਈਆਂ ਨੇ। ਜਦੋਂ ਵੀ ਇਹ ਗੱਲਾਂ ਹੁੰਦੀਆਂ ਸੀ ਬੁੱਢੇ ਨਾਲੇ 'ਚ ਤਾਂ ਇੰਡਸਟਰੀ ਵਾਲੇ ਕਹਿ ਦਿੰਦੇ ਸੀ ਸਾਡਾ ਤਾਂ ਪਾਣੀ ਹੈ ਨਹੀਂ ਜੀ, ਇਹ ਤਾਂ ਮਿਊਨਿਸਪਲ ਵੇਸਟੇਜ ਹੈ। ਫਿਰ ਹੁਣ ਜਦੋਂ ਉਹਨਾਂ ਨੇ ਕਰਕੇ ਦਿਖਾਤਾ ਕਿ ਦੇਖੋ ਜਿਹੜਾ ਸਵੇਰੇ ਤੋਂ ਲੈ ਕੇ 5 ਵਜੇ ਤੋਂ ਲੈ ਕੇ 9 ਵਜੇ ਤੱਕ ਹੈ ਉਹ ਇੰਨਾ ਪਾਣੀ ਵੱਧਦਾ, ਸਿਰਫ ਜ਼ਿਆਦਾ ਪਾਣੀ ਹੈਗਾ ਜਿਹੜਾ 9 ਵਜੇ ਤੋਂ ਬਾਅਦ ਚੱਲਦਾ ਹੈ। ਇਟ ਮੀਨਸ ਜਿਹੜਾ ਅਸੀਂ ਨਹਾਉਣ ਧੋਣ ਦਾ ਜਾਂ ਬਾਥਰੂਮ ਜਾਣ ਦਾ ਜੋ ਵੀ ਟਾਈਮ ਹੁੰਦਾ ਸਾਡਾ ਸਵੇਰੇ 5 ਤੋਂ 9 ਵਜੇ ਤੱਕ ਹੈ। ਇਸ ਕਰਕੇ ਜਿਹੜੀ ਅਸੀਂ ਵੇਸਟੇਜ ਕਰਾਂਗੇ ਉਹ 5 ਤੋਂ 9 ਦੇ ਵਿੱਚ ਹੀ ਆਏਗੀ। ਬਾਅਦ ਦੇ ਵਿੱਚ ਜਿਹੜੀ ਆ ਉਹ ਇੰਡਸਟਰੀਅਲ ਵੇਸਟੇਜ ਆਏਗੀ। ਅਗਰ 9 ਤੋਂ ਲੈ ਕੇ 5 6 7 8 ਵਜੇ ਤੱਕ ਪਾਣੀ ਵੱਧ ਰਿਹਾ ਹੈ ਤਾਂ ਇਟ ਮੀਨਸ ਇੰਡਸਟਰੀਅਲ ਵੇਸਟੇਜ ਵੱਧ ਰਹੀ ਹੈ ਉਹਦੇ 'ਚ। ਤਾਂ ਉੱਥੇ ਉਸ ਹਿਸਾਬ ਨਾਲ ਹੀ ਟਰੀਟ ਹੋਊਗਾ। ਇਹ ਮਤਲਬ ਇਸ ਤਰ੍ਹਾਂ ਦੇ ਇਸ਼ੂਜ਼ ਨੇ ਜੋ ਇਹਨਾਂ ਨੇ ਕਹੇ ਆ, ਪਰ ਮੈਂ ਬਾਰ-ਬਾਰ ਉਹੀ ਗੱਲ ਕਰ ਰਿਹਾ ਕਿ ਜਦ ਤੱਕ ਉਹ ਪੋਲੀਟੀਕਲ ਵਿਲ ਨਹੀਂ ਦਿਖਾਓਗੇ ਤਾਂ ਇਦਾਂ ਦੀਆਂ ਚੀਜ਼ਾਂ ਹੱਲ ਨਹੀਂ ਹੋਣਗੀਆਂ, ਚਾਹੇ ਇੱਕ ਦੀ ਛੱਡੋ 10 ਕਮੇਟੀਆਂ ਬਣਾ ਲਓ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਸ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ, ਜਿਨ੍ਹਾਂ ਦੇ ਨਾਲ ਅਸੀਂ ਸਪੈਸ਼ਲ ਰਿਪੋਰਟ ਦੇ ਵਿੱਚ ਉਸ ਰਿਪੋਰਟ ਦੇ ਬਾਰੇ ਗੱਲਬਾਤ ਕੀਤੀ ਜੋ ਬਿਆਨ ਕਰ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਾਣੀ ਦਾ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਸ ਦਾ ਪੱਧਰ ਲਗਾਤਾਰ ਘਟ ਰਿਹਾ ਹੈ। ਕੋਈ ਪਹਿਲੀ ਰਿਪੋਰਟ ਨਹੀਂ ਹੈ ਜਿਹੜੀ ਪਾਣੀ ਦੇ ਪੱਧਰ ਨੂੰ ਲੈ ਕੇ ਨਸ਼ਰ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਵਾਤਾਵਰਣ ਪ੍ਰੇਮੀ ਚਿੰਤਾਵਾਂ ਜ਼ਾਹਰ ਕਰ ਚੁੱਕੇ ਨੇ, ਬਹੁਤ ਸਾਰੇ ਆਰਟੀਕਲਸ ਦੇ ਬਾਰੇ ਆ ਚੁੱਕੇ ਨੇ, ਬਹੁਤ ਸਾਰੀਆਂ ਰਿਪੋਰਟਸ ਨਸ਼ਰ ਹੋ ਚੁੱਕੀਆਂ ਨੇ। ਪਰ ਸਵਾਲ ਇਹੀ ਹੈ ਕਿ ਆਖਿਰਕਾਰ ਇੰਨੀਆਂ ਰਿਪੋਰਟਸ ਆਉਣ ਤੋਂ ਬਾਅਦ ਵੀ ਇਸ ਦੇ ਲਈ ਕੋਈ ਢੁਕਵੇਂ ਕਦਮ ਕਿਉਂ ਨਹੀਂ ਚੁੱਕੇ ਗਏ? ਕਮੀ ਕਿੱਥੇ ਹੈ? ਪੋਲੀਟੀਕਲ ਵਿਲ ਦੇ ਵਿੱਚ ਕਮੀ ਹੈ, ਲੋਕਾਂ ਦੇ ਵਿੱਚ ਵੀ ਕਮੀ ਹੈ, ਔਰ ਇਹ ਸਭ ਦੇ ਵਿਚਾਲੇ ਰਿਪੋਰਟਸ ਦੇ ਉੱਤੇ ਐਕਸ਼ਨ ਲੈਣਾ ਬੇहद ਜ਼ਰੂਰੀ ਹੋ ਜਾਂਦਾ ਹੈ ਜੇ ਵਾਕਿਆ ਹੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ। ਸਪੈਸ਼ਲ ਰਿਪੋਰਟ ਦੇ ਵਿੱਚ ਫਿਲਹਾਲ ਇੰਨਾ ਹੀ, ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।